ਜੇ ਸਾਨੂੰ ਉੱਥੇ ਸਿਰਫ ਗਾਉਣ ਲਈ ਬੁਲਾਇਆ ਜਾਊਗਾ ਤਾਂ ਅਸੀਂ ਗਾਉਣ ਲਈ ਜਾਵਾਂਗੇ, ਪਰ ਅਸੀਂ ਕਦੇ ਵੀ ਨਿੱਜੀ ਤੌਰ ਤੇ ਕਿਸੇ ਬੰਦੇ ਨੂੰ ਇਹ ਨਹੀਂ ਕਹਾਂਗੇ ਜੀ ਤੁਸੀਂ ਇਹ ਸਾਡੇ ਭਰਾ ਨੇ ਜਾਂ ਇਹ ਸਾਡੇ ਫਲਾਣੀ ਪਾਰਟੀ ਨੇ, ਤੁਸੀਂ ਇਹਨਾਂ ਨੂੰ ਵੋਟਾਂ ਪਾਓ। ਪਹਿਲੀ ਗੱਲ ਆ, ਮੈਂ ਤਾਂ ਬਿਲਕੁਲ ਨਹੀਂ ਕਹੂੰਗਾ। ਜਿਹੜੇ ਵੀ ਕੋਈ ਮੰਨ ਲਓ ਕਲਾਕਾਰ ਭਰਾ ਆ ਰਹੇ ਆ ਜਾਂ ਮੇਰੇ ਵਰਗੇ ਆ ਰਹੇ ਹੋਰ ਆ ਰਹੇ ਆ, ਮੈਨੂੰ ਨਹੀਂ ਲੱਗਦਾ ਕਿ ਕਿਸੇ ਬੰਦੇ ਨੂੰ ਵੀ ਕੋਈ ਇਹਦੇ ਵਿੱਚੋਂ ਆਪਣਾ ਚਿਹਰਾ ਸਥਾਪਿਤ ਕਰਨਾ ਕੋਈ ਚਾਹੁੰਦਾ ਹੈ ਜੀ ਕਿ ਮੈਂ ਇਸ ਅੰਦੋਲਨ ਨੂੰ ਢਾਲ ਬਣਾ ਕੇ ਚਿਹਰਾ ਸਥਾਪਿਤ ਕਰਾਂ। ਤੇ ਕੋਈ ਗਲਤ ਹੋਊਗਾ, ਪੂਰੇ ਅੰਦੋਲਨ ਨੂੰ ਢਾਲ ਆਊਗਾ। ਰਾਜਨੀਤੀ ਕਰਨ ਨੂੰ ਹੋਰ ਬਥੇਰੇ ਮੰਚ ਹੁੰਦੇ ਨੇ ਜੀ ਬਿਲਕੁਲ, ਜਿੱਦਾਂ ਅਸੀਂ ਜਦੋਂ ਇੱਕ ਹੀ ਕਰ ਲਿਆ ਜੀ, ਜਥੇਬੰਦੀਆਂ ਨੂੰ ਪੂਰੇ ਤੌਰ ਤੇ ਸਮਰਥਨ ਦਿੱਤਾ। ਜਿਹੜੀ ਇਹਨਾਂ ਦੀ ਕਾਲ ਹੋਊਗੀ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਬਿਲਕੁਲ ਚੱਲਾਂਗੇ, ਜਿੱਥੇ ਤੱਕ ਵੀ ਜਾਣਾ ਪਿਆ। ਕਿਉਂਕਿ ਜੇ ਅੱਜ ਘਰੋਂ ਨਿਕਲੇ ਆ ਤਾਂ ਇਹ ਕਹਿ ਕੇ ਨਿਕਲੇ ਆ ਵੀ ਹੁਣ ਇਹ ਲੜਾਈ ਸਾਡੀ ਹੋਂਦ ਦੀ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਹੈ, ਸਾਡੇ ਪੰਜਾਬ ਦੀ ਹੈ, ਤਾਂ ਪੰਜਾਬ ਲਈ ਕੁਝ ਵੀ ਕਰਨ ਤੱਕ ਜਿੱਥੇ ਤੱਕ ਜਾਇਆ ਗਿਆ ਉੱਥੇ ਤੱਕ ਜਾਵਾਂਗੇ। ਆ ਸਾਰੇ ਗੀਤਕਾਰ ਬੈਠੇ ਨੇ, ਉਹਨਾਂ ਦਾ ਗੀਤਕਾਰ ਦਾ ਭਾਈਚਾਰਾ ਬੈਠਾ, ਮੇਨ ਆਗੂ ਬੈਠੇ ਨੇ। ਇਹਨਾਂ ਦੀ ਅਸੀਂ ਪ੍ਰਸ਼ੰਸਾ ਕੀਤੀ ਹੈ ਮੀਟਿੰਗ ਦੇ, ਤੇ ਇਹਨਾਂ ਨੇ ਉਹ ਦੀਪ ਸਿੱਧੂ ਦੇ ਮਗਰ ਨਹੀਂ ਗਏ, ਇਹ ਉਹਨਾਂ ਨੂੰ ਉਹਦੇ ਧਰਨੇ 'ਚ ਨਹੀਂ ਗਏ, ਉਹਦੇ ਨਾਲ ਤੋੜ ਨਿਕਲਾ ਕੀਤੀ। ਅਸੀਂ ਨਾ ਤਾਂ ਇੱਕ ਬਾਈ ਉਹਦਾ ਬਾਈਕਾਟ ਕੀਤਾ ਭਰਾ ਦਾ, ਉਹ ਵੀ ਸਾਡਾ ਭਰਾ ਹੈ, ਉਹ ਵੀ ਘਰੋਂ ਸੰਘਰਸ਼ ਕਰਨ ਲਈ ਨਿਕਲਿਆ ਹੈ। ਤੇ ਬਾਜ਼ਾਰ 'ਚ ਮਤਭੇਦ ਮਾੜੇ ਮੋਟੇ ਨੇ, ਜਦੋਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਅਗਲੇ ਹਫ਼ਤੇ ਤੱਕ ਸਾਡੀ ਕੋਸ਼ਿਸ਼ ਹੈ ਅਸੀਂ ਗੱਲਬਾਤ ਤੇ ਕਰੀਏ, ਉਹ ਵੀ ਕਲੀਅਰ ਕਰਨਾ। ਸੋ ਦੂਜੀ ਗੱਲ ਇਹ ਹੈ ਵੀ ਜਿਹੜੀ ਜਥੇਬੰਦੀ ਨੇ ਉਹ ਪਟੀਸ਼ਨ ਪਾਈ ਹੈ, ਉਹ ਪ੍ਰਧਾਨ ਸਾਹਿਬ ਨੇ ਜਵਾਬ ਦੇ ਦਿੱਤਾ ਕਿ ਇਹਨਾਂ ਨੇ ਜੋ ਵੀ ਡਿਸੀਜਨ ਲਿਆ ਉਹਨਾਂ ਨੂੰ ਸਸਪੈਂਡ ਕਰਤਾ। ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਆ, ਪਰ ਸਾਡਾ ਪਹਿਲਾ ਮੁੱਦਾ ਕਿਸਾਨੀ ਦਾ ਜਦੋਂ ਅਸੀਂ ਇਹ ਹੱਲ ਕਰਾ ਲਿਆ, ਉਸ ਤੋਂ ਬਾਅਦ ਸਟੈਪ ਟੂ ਸਟੈਪ ਅਸੀਂ ਦੁਬਾਰੇ ਇੱਕ ਮਿੰਟ ਭਾਜੀ, ਇੱਕ ਆਖਰੀ ਵਾਰ ਤੁਹਾਡੀ ਮੀਟਿੰਗ ਜਦੋਂ ਹੋਈ ਸੀ ਤਾਂ ਕਿਹਾ ਸੀ ਕਿ 7 ਬੰਦੇ ਜਿਹੜੇ ਹੈਗੇ ਕਮੇਟੀ ਦੇ ਤੌਰ ਦੇ ਉੱਤੇ ਉਹ ਚੁਣੇ ਜਾਣ ਤੇ ਇੱਕ ਬੰਦਾ ਜਿਹੜਾ ਹੋਵੇ ਉਹਨੂੰ ਲੀਡ ਕਰੇ, ਤਾਂ ਕੀ ਹੁਣ ਤੁਸੀਂ ਉਹ 7 ਬੰਦੇ ਡਿਸਾਈਡ ਕਰ ਲਏ ਤੇ ਲੀਡ ਕੌਣ ਕਰ ਰਿਹਾ ਹੈਗਾ? ਅੱਛਾ, ਉਹਦੇ ਚ ਜੀ ਜਿਵੇਂ 7 ਜਿਹੜੇ ਮੈਂਬਰ ਅਸੀਂ ਦੇਣੇ ਆ, ਉਹ ਇਕੱਲੇ ਬਾਰ-ਬਾਰ ਮੈਂ ਕਹਿ ਰਿਹਾ ਵੀ ਜਿਹੜੇ ਸੋਸ਼ਲ ਵਰਕ ਕਰਦੇ ਆ ਉਹ ਵੀ ਹੈ, ਗਰਮ ਦਲੀ ਵੀ ਹੈ, ਨਰਮ ਦਲੀ ਵੀ ਹੈ, ਜਿਵੇਂ ਕਾਨੂੰਨ ਵੀ ਹੈ ਜੀ ਸਾਡੇ ਨਾਲ ਜੁੜੇ ਆ। ਅਸੀਂ 7 ਮੈਂਬਰ ਅਗਲੀ ਜਿਹੜੀ ਮੀਟਿੰਗ ਹੋਊਗੀ ਉਹਦੇ ਚ ਦਵਾਂਗੇ, ਕਿਉਂਕਿ ਇੱਕ ਦੋ ਜਥੇਬੰਦੀਆਂ ਸਾਡੇ ਨਾਲ ਨੌਜਵਾਨੀ ਪੱਧਰ ਤੇ ਹੋਰ ਜੁੜਨ ਨੂੰ ਤਿਆਰ ਨੇ। ਅਸੀਂ 7 ਮੈਂਬਰ ਇਕੱਲੇ ਕਲਾਕਾਰਾਂ ਦੇ ਨਹੀਂ ਦਵਾਂਗੇ, ਅਸੀਂ ਆਪਦੀ ਕਮੇਟੀ ਚੋਂ 7 ਮੈਂਬਰ ਸਾਰੀਆਂ ਜਥੇਬੰਦੀਆਂ ਦੇ ਦਵਾਂਗੇ। ਤੇ ਲੀਡ ਕੌਣ ਕਰ ਰਿਹਾ ਤੁਹਾਨੂੰ ਪਿਛਲੀ ਵਾਰੀ ਵੀ ਕਨਸੈਪਟ ਸ਼ਾਇਦ ਕਿ ਅਸੀਂ ਜਦੋਂ 7 ਜਾਂ 5 ਜਾਂ 3 ਦੀ ਗੱਲ ਕਰਦੇ ਹਾਂ, ਉਹ ਅਸੀਂ ਕਰਦੇ ਹਾਂ ਕਿ ਧਰਨਿਆਂ ਦੇ ਅੰਦਰ, ਸਟਰਗਲ ਦੇ ਅੰਦਰ ਕਿਤੇ ਕੋਈ ਸਮੱਸਿਆ ਆ ਜਾਂਦੀ ਹੈ, ਕੋਆਰਡੀਨੇਸ਼ਨ ਦੀ ਕੋਈ ਸਮੱਸਿਆ ਆ ਗਈ, ਉਹਨੂੰ ਫੈਸਿਲਿਟੇਟ ਕਰਨ ਦੀ। ਕਿਤੇ ਧਰਨੇ ਦੇ ਵਿੱਚ ਕਿਸੇ ਗੀਤਕਾਰ ਗਏ, ਕੋਈ ਗਾਉਣ ਗਏ, ਮਤਲਬ ਗਾਇਕ ਗਏ, ਉੱਥੇ ਉਹਨਾਂ ਨੂੰ ਸਮੱਸਿਆ ਆ ਗਈ। ਸਾਨੂੰ ਲੱਗਦਾ ਕਿ ਇੱਕ ਜਗ੍ਹਾ ਤੇ ਗਾਇਕ ਨੇ 4 ਚਲੇ ਗਏ, 5 ਚਲੇ ਗਏ, ਕਿਤੇ ਕੋਈ ਹਫ਼ਤੇ ਤੋਂ ਗਿਆ ਨਹੀਂ। ਇਸ ਕਿਸਮ ਦੀ ਕੋਆਰਡੀਨੇਸ਼ਨ ਫੈਸਿਲਿਟੇਸ਼ਨ ਕਰਨ ਵਾਸਤੇ ਅਸਲ ਅਸੀਂ ਇੱਕ ਕਮੇਟੀ ਬਣਾਈ ਸੀ। ਇੱਕ ਮੈਸੇਜ ਇਹਦਾ ਗਲਤ ਚਲੇ ਗਿਆ, ਸ਼ਾਇਦ ਲੱਗਦਾ ਇਹਦਾ ਗਿਆ, ਜਿਹੜਾ ਕੁਝ ਸੋਸ਼ਲ ਮੀਡੀਆ ਤੇ ਗਿਆ ਵੀ, ਕਿ ਸ਼ਾਇਦ ਹੁਣ ਕਿਸਾਨ ਸੰਘਰਸ਼ ਨੂੰ ਲੀਡ ਕਰਨ ਵਾਲੀ ਇਹ 14 ਮੈਂਬਰ। That was not the aim of that committee. ਅੱਜ ਅਸੀਂ ਇਹ ਡਿਸਕਸ ਕਰਦੇ ਹਾਂ, ਕਿ ਜਿਹੜੀ 5 ਮੈਂਬਰ ਉਸ ਪਰਪਸ ਦੇ ਵਿੱਚ ਸੇ ਅੰਮ੍ਰਿਤਸਰ, ਗੁਰਦਾਸਪੁਰ ਦੇ ਵਿੱਚ 3 ਗਾਇਕ ਕਹਿੰਦੇ ਵੀ ਅਸੀਂ ਜਾਣਾ ਚਾਹੁੰਦੇ ਹਾਂ। ਕਿਹੜੇ ਏਰੀਏ 'ਚ ਜਾਣਾ, ਕਿੱਥੇ ਜਾਣਾ, ਉਹਨਾਂ ਨੂੰ ਨਹੀਂ ਪਤਾ। ਇਹ ਅਸੀਂ ਕਿਸਾਨ ਦੱਸਾਂ ਉਹਨਾਂ ਨੂੰ। ਗੁਰਦਾਸਪੁਰ ਏਰੀਏ 'ਚ ਕੋਈ ਸਮੱਸਿਆ ਆ ਗਈ, ਸਾਡੇ ਕਿਸੇ ਕਿਸਾਨ ਲੀਡਰ ਨੇ ਗੜਬੜ ਕਰਤੀ, ਉਹ ਕਿਹਨੂੰ ਦੱਸਣਗੇ? ਉਹ 5 ਮੈਂਬਰ ਜਾਂ 7 ਮੈਂਬਰ ਸਾਡੇ। That is for that one, not for leading the whole farmers. ਤੁਸੀਂ ਮਹਿਸੂਸ ਨਹੀਂ ਕਰਦੇ ਕਿ ਕਿਸਾਨਾਂ ਦੇ ਹਿੱਤਾਂ ਨਾਲ ਜ਼ਿਆਦਾ ਪੈਸੇ ਹੈਗੇ ਨੇ ਜਥੇਬੰਦੀਆਂ ਚ ਜਾਂ ਸਿੱਧਾਂ ਚ ਜਿਹੜੇ ਆਪਣੇ ਨਿੱਜੀ ਹਿੱਤ ਜਾਣ ਦੇ ਕਰਦੇ, ਤੁਸੀਂ ਮਹਿਸੂਸ ਕਰਦੇ ਕਿ ਐਸਾ ਹੋ ਰਿਹਾ ਨਹੀਂ, ਜੇ ਹੋ ਰਿਹਾ ਇਹ ਕਰਨਾ ਪ੍ਰਦਰਸ਼ਨ ਲੱਕਾ ਜੀ ਨੂੰ ਮਾਈਕ ਨੇੜੇ ਕਰ ਲਓ ਜੀ, ਮਾਈਕ ਨੇੜੇ ਕਰ ਲਓ ਵਾਲਾ। ਦੇਖੋ ਮੈਨੂੰ ਇਹ ਲੱਗਦਾ ਕਿ ਯਾਰ ਸਾਨੂੰ ਕਿਸੇ ਵੀ ਵੈਸੇ ਕਿਸਾਨ ਜਿਸ ਬੰਦਿਆਂ ਦਾ ਕੋਈ ਰਾਜਨੀਤਿਕ ਮੰਤਵ ਹੈ ਹੀ ਨਹੀਂ, ਠੀਕ ਆ। ਜਿਹੜੇ ਵੀ ਕੋਈ ਮੰਨ ਲਓ ਕਲਾਕਾਰ ਭਰਾ ਆ ਰਹੇ ਆ ਜਾਂ ਮੇਰੇ ਵਰਗੇ ਆ ਰਹੇ ਹੋਰ ਆ ਰਹੇ ਆ, ਮੈਨੂੰ ਨਹੀਂ ਲੱਗਦਾ ਕਿ ਕਿਸੇ ਬੰਦੇ ਨੂੰ ਵੀ ਕੋਈ ਇਹਦੇ ਵਿੱਚੋਂ ਆਪਣਾ ਚਿਹਰਾ ਸਥਾਪਿਤ ਕਰਨਾ ਕੋਈ ਚਾਹੁੰਦਾ ਹੈ ਜੀ ਕਿ ਮੈਂ ਇਸ ਅੰਦੋਲਨ ਨੂੰ
ਢਾਲ ਬਣਾ ਕੇ ਚਿਹਰਾ ਸਥਾਪਿਤ ਕਰਾਂ ਤੇ ਕੋਈ ਗਲਤ ਹੋਊਗਾ ਪੂਰੇ ਅੰਦੋਲਨ ਨੂੰ ਢਾਲ ਲਾਊਗਾ। ਰਾਜਨੀਤੀ ਕਰਨ ਨੂੰ ਹੋਰ ਬਥੇਰੇ ਮੰਚ ਹੁੰਦੇ ਨੇ ਯਾਰ, ਅਕਾਲੀ ਵੀ ਤਾਂ ਕਰ ਹੀ ਰਹੇ ਨੇ ਨਾ, ਉਹ ਵੀ ਤਾਂ ਇੱਥੋਂ ਆ ਅੰਦੋਲਨ 'ਚ ਆਪਣੀਆਂ ਵੋਟਾਂ ਕੱਢਣੀਆਂ ਚਾਹੁੰਦੇ ਨੇ। ਕਾਂਗਰਸ ਵੀ ਇਹੀ ਕੁਛ ਕਰ ਰਹੀ ਹੈ, ਦੂਜੀਆਂ ਪਾਰਟੀਆਂ ਵਾਲੇ ਵੀ ਇਹੀ ਕੁਛ ਕਰ ਰਹੇ ਨੇ। ਪਰ ਮੈਂ ਕਹਿੰਦਾ ਜਿਹੜਾ ਬੰਦਾ ਦਿਲੋਂ ਦਰਦ ਰੱਖਦਾ ਹੈ ਪੰਜਾਬ ਲਈ, ਪੰਜਾਬ ਦੀ ਕਿਸਾਨੀ ਲਈ, ਦੀ ਪੰਜਾਬੀਅਤ ਲਈ, ਉਹ ਬੰਦੇ ਨੂੰ ਨਿਰਸਵਾਰਥ ਉਹਦੇ ਤੋਂ ਇੱਕ ਜਥੇਬੰਦੀ ਬਾਹਰ ਵੀ ਹੋਈ ਹੈ ਹੁਣ ਮੈਂ ਥੋੜਾ ਜਿਹਾ ਨਾ ਮੈਨੂੰ ਬੋਲਣਾ ਪਊਗਾ। ਹੁਣ ਮੈਂ ਭਰਾ ਸਾਰੇ ਮੇਰੇ ਬਜ਼ੁਰਗ ਬੈਠੇ ਆ, ਬਾਹਰ ਬੋਲਣਾ ਜੇ ਬੋਲੋ ਬੋਲੋ ਬੋਲਣਾ ਬਣਦਾ ਬੋਲੋ ਚਲੋ ਹੁਣ ਕੋਈ ਉਹਦੇ ਸਵਾਲ ਕਰਦਾ ਤੇ ਮੈਂ ਇੱਥੋਂ ਆਪਣੀ ਰਹਿ ਜਥੇਬੰਦੀ ਬਾਹਰ ਹੋਣੀ ਹੈ। ਸੁਣੋ ਮੇਰੀ ਗੱਲ, ਜਿਹੜੀ ਜਥੇਬੰਦੀ ਬਾਹਰ 30 ਰਹਿ ਗਈਆਂ ਉਹ ਹੈ ਅਜਮੇਰ ਸਿੰਘ ਲੱਖੋਵਾਲ ਵਾਲੀ ਜਥੇਬੰਦੀ। ਉਹਨਾਂ ਨੇ ਜਿਹੜਾ ਰਸਤਾ ਅਖਤਿਆਰ ਕੀਤਾ ਉਹ ਕੀਤਾ ਸੁਪਰੀਮ ਕੋਰਟ ਉਦੋਂ ਜਾਣ ਦਾ ਜਦੋਂ ਸਾਡਾ ਸੰਘਰਸ਼ ਸੀ। ਉਹਦੇ 'ਚ ਜੋ ਉਹਨਾਂ ਨੇ ਕੀਤਾ, ਇਹਦੇ 'ਚ ਸਾਡੀ ਮਜਬੂਰੀ ਬਣ ਗਈ ਵੀ ਉਹਨਾਂ ਨਾਲ ਰਿਸ਼ਤਾ ਤੋੜਿਆ ਜਾਵੇ। ਇਸ ਕਰਕੇ ਅਸੀਂ 31 ਤੋਂ 30 ਰਹੇ ਹਾਂ। ਇਹ ਕੋਈ ਗੱਲ ਨਹੀਂ, ਅੱਧੀ ਗੱਲ ਨਹੀਂ ਹੈ ਇਹਦੇ ਨਾਲ ਕੋਈ ਸੰਘਰਸ਼ ਨਾਲ ਸਾਡਾ ਹੋਇਆ। ਉਹ ਹੀ ਆਈਸੋਲੇਟ ਹੋਏ ਨੇ, ਉਹਨਾਂ ਨੂੰ ਹੀ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਸੋਸ਼ਲ ਮੀਡੀਆ ਤੇ ਉਹਨਾਂ ਦਾ ਬੁਰਾ ਹਾਲ ਕਰਤਾ ਲੋਕਾਂ ਨੇ। ਸੋ ਇਸ ਕਰਕੇ ਉਹ ਕਿਉਂ ਗਏ ਨੇ ਇਹੋ ਜਾਣਦੇ। ਕੋਈ ਸਿਆਸੀ ਦਖਲਅੰਦਾਜ਼ੀ ਮੰਨ ਸਕਦੇ ਆ ਜੀ? ਇਹ ਕੋਈ ਸਿਆਸੀ ਦਖਲਅੰਦਾਜ਼ੀ ਮੰਨ ਸਕਦੇ ਆ ਜੇ ਲੱਖੋਵਾਲ ਜੀ ਵੱਖਰੇ ਹੋਏ ਨੇ ਤਾਂ? ਦੇਖੋ, ਸਿਆਸੀ ਦਖਲਅੰਦਾਜ਼ੀ ਕਹੋ, ਉਹਨਾਂ ਦੀ ਘੱਟ ਸਮਝੀ ਕਹੋ, ਜਾਂ ਇਨਮੈਚੁਰਿਟੀ ਕਹੋ। ਲੱਖੋਵਾਲ ਸਾਹਿਬ ਬੀਜੇਪੀ ਦੇ ਵੇਲੇ ਰਹੇ ਨੇ ਚੇਅਰਮੈਨ ਮੰਡੀ ਬੋਰਡ। ਦੂਸਰਾ ਇਹ ਹੈ ਕਿ ਇੱਕ ਗੱਲ ਸ਼ੰਕਾ ਜ਼ਾਹਰ ਕਰਦੀ ਹੈ ਕਿ ਅੱਜ ਅਖਬਾਰਾਂ 'ਚ ਬਿਆਨ ਛਪਿਆ ਕਿ ਰਕੇਸ਼ ਟਕੈਤ ਜਿਹੜੇ ਉਹਨਾਂ ਦੇ ਆਲ ਇੰਡੀਆ ਪ੍ਰੈਜ਼ੀਡੈਂਟ ਨੇ, ਉਹ ਕੱਲ ਸੁਰਜੀਤ ਕੁਮਾਰ ਜਿਆਣੀ ਨੂੰ ਮਿਲੇ ਨੇ, ਜਾਂ ਸੁਰਜੀਤ ਕੁਮਾਰ ਜਿਆਣੀ ਉਹਨਾਂ ਨੂੰ ਮਿਲਿਆ। ਇਹਦਾ ਮਤਲਬ ਬੀਜੇਪੀ ਅਗਰ ਉਹਨਾਂ ਦੇ ਪ੍ਰਧਾਨ ਪੰਜਾਬ 'ਚ ਆ ਕੇ ਬੀਜੇਪੀ ਨੂੰ ਮਿਲਦਾ ਹੈ ਤਾਂ ਸਾਡੇ ਲਈ ਇਹ ਗਲਤ ਹੈ। ਮੇਰਾ ਕਲਾਕਾਰਾਂ ਨੂੰ ਸਵਾਲ ਹੈ ਬਾਈ ਜੀ ਕਿ ਜਦੋਂ ਬਤੌਰ ਕਲਾਕਾਰ ਨਵਜੋਤ ਸਿੱਧੂ ਇੱਕ ਸ਼ੋਅ ਦੇ ਵਿੱਚ ਕੰਮ ਕਰਦੇ ਕਿਸੇ ਪਾਰਟੀ ਜਾਂਦਾ ਤਾਂ ਉਹਨੂੰ ਲਾਂਭੇ ਕੀਤਾ ਜਾਂਦਾ। ਜਦੋਂ ਕਪਿਲ ਸ਼ਰਮਾ ਉਹ ਤਸਵੀਰ ਕਰ ਦਿੰਦਾ, ਉਹਦੇ ਕੋਲ ਕਾਰਵਾਈ ਹੁੰਦੀ ਹੈ। ਕੱਲ੍ਹ ਨੂੰ ਕਿਸਾਨ ਜਥੇਬੰਦੀਆਂ ਨੇ ਤੈਅ ਕੀਤਾ ਬੀਜੇਪੀ ਦੇ ਐਮਪੀਆਂ ਦੇ ਘਰ ਘੇਰਾਂਗੇ, ਲੀਡਰਾਂ ਦੇ ਘਰ ਘੇਰਾਂਗੇ। ਕੱਲ੍ਹ ਨੂੰ ਤੁਹਾਨੂੰ ਉਹਨਾਂ ਦੇ ਘਰਾਂ ਦੇ ਧਰਨੇ ਲਾਉਣੇ ਪੈਣੇ ਆ। ਕੋਈ ਇਹ ਡਰ, ਕੋਈ ਮਨ 'ਚ ਹੋਵੇ ਕਿ ਕੱਲ੍ਹ ਸਾਡੇ ਤੋਂ ਕਿਹੋ ਜਿਹਾ ਐਕਸ਼ਨ ਹੋ ਸਕਦਾ? ਕੱਲ੍ਹ ਬੀਜੇਪੀ ਦੇ ਘਰਾਂ ਦੇ ਧਰਨੇ ਲਾਉਣੇ। ਸਿੱਪੀ ਜੀ ਮਾਈਕ 'ਚ ਇੰਨੇ ਹੀ ਆਉਣਾ ਵੀਰੇ। ਅਸੀਂ ਪਹਿਲਾਂ ਇਹਦੀ ਬਾਹਰ ਲੱਗ ਕੇ ਗੱਲ ਕਰਦੇ ਸੀ। ਅਸੀਂ ਕਿਸਾਨ ਜਥੇਬੰਦੀਆਂ ਨੂੰ ਇੱਕ ਬੇਨਤੀ ਵੀ ਕਰਨੀ ਹੈ ਵੀ ਜਿਹੜੇ ਆਰਟਿਸਟ ਤੁਹਾਡੇ ਨਾਲ ਅੱਜ ਖੜੇ ਨੇ, ਉਹ ਇਸ ਕਰਕੇ ਖੜੇ ਨੇ ਕਿਉਂਕਿ ਉਹਨਾਂ ਨੂੰ ਦਰਦ ਦਾ ਦੁੱਖ ਆ। ਠੀਕ ਹੈ ਜੀ, ਹੋ ਸਕਦਾ ਕੱਲ੍ਹ ਨੂੰ ਆਰਟਿਸਟਾਂ ਨੂੰ ਪ੍ਰੋਬਲਮ ਆਉਣਗੀਆਂ। ਸਾਡਾ ਤਾਂ ਸਵਾਲ ਹੈ ਕਿ ਤੁਸੀਂ ਸਾਡੇ ਨਾਲ ਖੜੋਗੇ ਉਸ ਵੇਲੇ, ਕਿਸਾਨ ਜਥੇਬੰਦੀਆਂ ਦਾ ਸਾਡੇ ਨਾਲ ਖੜਨਾ ਬਣਦਾ ਉਸ ਵੇਲੇ, ਕਿਉਂਕਿ ਸਾਡੀ ਹੋ ਸਕਦਾ ਵੀ ਏਜੰਸੀਆਂ ਜਾਂ ਸਰਕਾਰਾਂ ਪ੍ਰੈਸ਼ਰ ਕਰਨਗੀਆਂ, ਸਾਨੂੰ ਦਬਾਉਣ ਦੀ ਟਰਾਈ ਕਰਨਗੀਆਂ, ਜਾਂ ਮਤਲਬ ਕਿਸੇ ਵੀ ਤਰੀਕੇ ਨਾਲ, ਚਾਹੇ ਉਹ ਫਾਈਨੈਂਸ਼ੀਅਲੀ ਚਾਹੇ ਉਹ ਫਿਜ਼ੀਕਲੀ ਟਰਾਈ ਹੋ ਸਕਦੀ ਹੈ। ਇਹ ਕੋਈ ਸ਼ੱਕ ਵਾਲੀ ਗੱਲ ਨਹੀਂ। ਸੋ ਮੈਂ ਰਿਕੁਐਸਟ ਵੀ ਕਰੂੰਗਾ ਸਾਡੀਆਂ ਜਥੇਬੰਦੀਆਂ ਨੂੰ ਵੀ ਉਸ ਵੇਲੇ ਜਿਵੇਂ ਅੱਜ ਆਪਾਂ ਸਾਰੇ ਇਕੱਠੇ ਖੜੇ ਹਾਂ, ਸਾਨੂੰ ਤੁਹਾਡੀ ਸਪੋਰਟ ਦੀ ਲੋੜ ਰਹੂਗੀ। ਕਿਉਂਕਿ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ, ਜੇ ਬੰਦਾ ਇਕੱਲਾ ਰਹਿ ਜਾਊ ਤਾਂ ਮਾਰੇ ਜਾਊ। ਜੇ ਤੁਸੀਂ ਨਾਲ ਹੋਵੋਗੇ ਤਾਂ ਫਿਰ ਇਹ ਪ੍ਰੋਬਲਮ ਨਹੀਂ ਆਊਗੀ। ਜਿਹੜਾ ਸਵਾਲ ਇਹ ਹੈ ਨਾ, ਇਹਨਾਂ ਦੇ ਕੋਈ ਗੀਤਾਂ ਨਾਲ ਇਸ ਪਾਸੇ ਲੈਣਾ ਚਾਹੀਦਾ ਕਿ ਜਿਹੜਾ ਕਲਾਕਾਰ ਹੈ, ਗੀਤਕਾਰ ਹੈ, ਕੋਈ ਕਾਲਮ ਦਾ ਲਿਖਾਰੀ ਹੈ, ਉਹ ਕਿਸੇ ਕਿੱਤੇ ਨਾਲ ਵੱਖਰੇ ਜੁੜਿਆ ਹੋਇਆ, ਉਹ ਕਿਸੇ ਪਾਰਟੀ ਨਾਲ ਜੁੜਿਆ ਹੋਇਆ। ਅਗਰ ਕੋਈ ਕਲਾਕਾਰ ਇਹ ਮੰਨ ਕੇ ਫਲਾਨੀ ਪਾਰਟੀ ਦਾ ਤੇ ਮੈਂ ਉਹ ਕਲਾਕਾਰ ਉਹ ਨਹੀਂ, ਉਹਨੂੰ ਲੋਕ ਪਸੰਦ ਨਹੀਂ ਕਰਨਗੇ। ਇਹ ਸਾਰੀ ਕੋਈ ਵੀ ਖਿਡਾਰੀ ਹੈ, ਕੋਈ ਕਲਾਕਾਰ ਹੈ, ਉਹ ਲੋਕਾਂ ਦਾ ਬਣ ਕੇ ਹੀ ਆਪਣੀ ਕਲਾ ਦਿਖਾਉਂਦਾ, ਤਾਂ ਹੀ ਲੋਕ ਉਹਨੂੰ ਪਸੰਦ ਕਰਦੇ ਹੁੰਦੇ ਆ। ਅਸੀਂ ਸਮਝਦੇ ਹਾਂ ਕਿ ਜਿਹੜੀ ਕਲਮ ਹੈ ਉਹ ਜੇ ਤਲਵਾਰ ਨਾਲੋਂ ਤਿੱਖੀ ਹੈ, ਤਾਂ ਜਿਹੜੇ ਸਾਡੇ ਗੀਤਕਾਰਾਂ ਦੇ ਬੋਲ ਹੈ, ਕਲਾਕਾਰਾਂ ਦੀ ਕਲਾ ਹੈ, ਇਹ ਕਦੇ ਵੱਡਾ ਹਮਲਾ ਕਰ ਸਕਦੀ ਹੈ। ਆਪਣੀ ਜ਼ਬਾਨ ਦੇ ਵਿੱਚੋਂ ਉਹਨਾਂ ਲੋਕਾਂ ਦੇ ਪੱਖ ਦੇ ਵਿੱਚ ਖੜਨ ਦਾ ਮੈਨੂੰ ਲੱਗਦਾ ਕਿ ਇਹੀ ਪ੍ਰੋਬਲਮ ਕੋਈ ਨਾ ਆਊਗੀ। ਅਗਰ ਜੇ ਕੋਈ ਆਊਗੀ, ਅਸੀਂ ਬੈਠ ਕੇ ਵਿਚਾਰਾਂਗੇ। ਅਗਲੀ ਮੀਟਿੰਗ ਹੋ ਰਹੀ ਹੈ 15 ਤਰੀਕ ਦੀ, ਉਸ ਤੋਂ ਬਾਅਦ ਵੀ ਮੀਟਿੰਗਾਂ ਕਰਾਂਗੇ। ਸਾਨੂੰ ਲੱਗਦਾ ਕਿ ਇਹੋ ਜਿਹੀ ਪ੍ਰੋਬਲਮ ਆਈ, ਅਸੀਂ ਬੈਠ ਕੇ ਹੱਲ ਕਰਾਂਗੇ। ਐਡੀ ਕੋਈ ਪ੍ਰੋਬਲਮ ਨਹੀਂ ਆਉਣੀ। ਸਰ, ਇੱਕ ਸਵਾਲ ਹੈ ਜੀ ਕਿ ਅਕਸਰ 2017 ਦੇ ਇਲੈਕਸ਼ਨ 'ਚ ਦੇਖਿਆ ਗਿਆ ਹੈ ਕਿ ਕਲਾਕਾਰਾਂ ਨੂੰ, ਮੈਂ ਕਹਿੰਦਾ, ਇੱਕ ਰਾਜਨੀਤਿਕ ਵੰਗਾਰ ਹੀ ਹੁੰਦੀ ਹੈ ਕਿ ਜਿਹੜੀ ਉਹ ਭੁਗਤਦੇ ਨੇ ਇਲੈਕਸ਼ਨ 'ਚ ਜਾ ਕੇ। 2022 ਦੇ ਇਲੈਕਸ਼ਨ ਆਉਣ ਵਾਲੇ ਨੇ, ਰਾਜਨੀਤਿਕ ਪਾਰਟੀਆਂ ਦੁਬਾਰਾ ਕਹਿਣਗੀਆਂ ਕਿ ਮੇਰੇ ਲਈ ਆ ਕੇ ਪ੍ਰਚਾਰ ਕਰ। ਕੀ ਕਲਾਕਾਰ 2022 ਦੇ ਇਲੈਕਸ਼ਨ 'ਚ ਪਹੁੰਚਣਗੇ ਕਿ ਨਹੀਂ? ਪਹਿਲਾ ਸਵਾਲ।
ਦੂਸਰੀ ਗੱਲ ਇਹ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਸੈਸ਼ਨ ਨਹੀਂ ਬੁਲਾਇਆ ਜਾਂਦਾ ਤਾਂ ਅਸੀਂ ਕਾਂਗਰਸ ਦੇ ਘਰ ਘੇਰਾਂਗੇ। ਤਾਂ ਬੀਜੇਪੀ ਦੇ ਘਰਾਂ ਦੇ ਅੱਗੇ ਕਲਾਕਾਰਾਂ ਨੂੰ ਅਸੀਂ ਦੇਖ ਚੁੱਕੇ ਹਾਂ, ਤਾਂ ਕੀ ਕਲਾਕਾਰ ਕੱਲ ਨੂੰ ਜੇ ਮੁੱਖ ਮੰਤਰੀ ਦੀ ਕੋਠੀ ਘੇਰਨੀ ਪੈਂਦੀ ਹੈ ਜਾਂ ਕਾਂਗਰਸੀ ਲੀਡਰਾਂ ਦੇ ਘਰ ਘੇਰਨੇ ਪੈਂਦੇ ਤਾਂ ਉਹਦੇ ਲਈ ਤਿਆਰ ਨੇ? ਜੀ ਬਿਲਕੁਲ, ਜਿੱਦਾਂ ਅਸੀਂ ਜਦੋਂ ਇੱਕ ਹੀ ਕਰ ਲਿਆ ਜੀ, ਜਥੇਬੰਦੀਆਂ ਨੂੰ ਪੂਰੇ ਤੌਰ ਤੇ ਸਮਰਥਨ ਦਿੱਤਾ, ਜਿਹੜੀ ਇਹਨਾਂ ਦੀ ਕਾਲ ਹੋਊਗੀ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਬਿਲਕੁਲ ਚੱਲਾਂਗੇ ਜਿੱਥੇ ਤੱਕ ਵੀ ਜਾਣਾ ਪਿਆ। ਕਿਉਂਕਿ ਜੇ ਅੱਜ ਘਰੋਂ ਨਿਕਲੇ ਆ ਤਾਂ ਇਹ ਕਹਿ ਕੇ ਨਿਕਲੇ ਆ ਵੀ ਹੁਣ ਇਹ ਲੜਾਈ ਸਾਡੀ ਹੋਂਦ ਦੀ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਹੈ, ਸਾਡੇ ਪੰਜਾਬ ਦੀ ਹੈ, ਤਾਂ ਪੰਜਾਬ ਲਈ ਕੁਝ ਵੀ ਕਰਨ ਤੱਕ ਜਿੱਥੇ ਤੱਕ ਜਾਇਆ ਗਿਆ ਉੱਥੇ ਤੱਕ ਜਾਵਾਂਗੇ। ਦੂਸਰਾ ਸਵਾਲ ਜੋ 2022 ਦੇ ਇਲੈਕਸ਼ਨ ਨੂੰ ਲੈ ਕੇ ਸੀ ਕਿ ਕਿਤੇ ਨਾ ਕਿਤੇ ਅੱਜ ਅਸੀਂ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਕਹਿ ਰਹੇ ਹਾਂ ਕਿ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ, ਤਾਂ ਆਉਣ ਵਾਲੇ ਇਲੈਕਸ਼ਨ ਦੇ ਟਾਈਮ 'ਚ ਕੋਈ ਕਲਾਕਾਰ ਰਾਜਨੀਤਿਕ ਪਾਰਟੀਆਂ ਨਾਲ ਖੜਾ ਤਾਂ ਨਹੀਂ ਨਜ਼ਰ ਆਏਗਾ? ਦੇਖੋ, ਮੈਂ ਉੱਥੇ ਆਪ ਦਾ ਪੱਖ ਕਲੀਅਰ ਕਰ ਦਿੰਦਾ ਕਿ ਮੈਂ ਕਦੇ ਵੀ ਕਿਸੇ ਨਹੀਂ, ਮੈਂ ਕਲਾਕਾਰਾਂ ਦਾ ਪੱਖ ਜਾਣਨਾ ਚਾਹੁੰਦਾ, ਮੈਂ ਜਸ ਬਾਜਵਾ ਬਣੀ ਉੱਥੇ ਬਾਈ ਜੀ ਅੱਜ ਜਿੰਨੇ ਭਰਾ ਬੈਠੇ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਜਾਂਦੇ ਨੇ। ਉਹ ਬਾਕੀ ਸਾਰਿਆਂ ਵੱਲੋਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਕੋਈ ਜਾਣਗੇ, ਕੱਲ ਨੂੰ ਕੋਈ ਚਲੇ ਜਾਵੇ ਤਾਂ ਤੁਸੀਂ ਮੈਨੂੰ ਸਵਾਲ ਕਰੋ। ਮੈਂ ਆਪ ਦੀ ਗੱਲ ਕਲੀਅਰ ਕਰ ਸਕਦਾ ਵੀ ਮੈਂ ਨਹੀਂ ਜਾਊਂਗਾ। ਦੇਖੋ ਜੀ, ਇੱਕ ਮਿੰਟ ਲੈਣਾ ਮੈਂ। ਦੀਪ ਸਿੱਧੂ ਵਾਲਾ ਸਵਾਲ ਆਇਆ ਇੱਥੇ, ਤੁਸੀਂ ਕੀਤਾ ਪ੍ਰੈਸ ਵਾਲਿਆਂ ਨੇ। ਅਸੀਂ ਬਹੁਤ ਗੰਭੀਰਤਾ ਨਾਲ ਜਿਹੜੀ ਪਹਿਲਾਂ ਮੀਟਿੰਗ ਹੋਈ ਆ ਸਾਡੀ, ਉਹਦੇ ਵਿੱਚ ਅਸੀਂ ਇਹ ਵਿਚਾਰਿਆ ਜੋ ਦੀਪ ਸਿੱਧੂ ਨੇ ਵੱਖਰੇ ਤੌਰ ਤੇ ਇੱਥੇ ਸ਼ੰਭੂ ਜਿਹੜਾ ਆਪਣਾ ਲਾਇਆ ਧਰਨਾ ਲਾਇਆ, ਕੱਲਾ ਧਰਨੇ ਨਹੀਂ ਲਾਇਆ, ਉਹਨੇ ਕਿਸਾਨ ਲੀਡਰਸ਼ਿਪ ਤੇ ਬਹੁਤ ਗੈਰ ਗੰਭੀਰ ਸਵਾਲ ਕੀਤੇ ਆ ਵੀ ਤੁਸੀਂ ਤੁਰੰਤ ਮੀਟਿੰਗਾਂ ਕਰਦੇ ਹੋ, ਤੁਸੀਂ ਸਮਝੌਤਾ ਅੰਦਰ ਖਾਤੇ ਸਮਝੌਤੇ ਕਰਦੇ ਹੋ, ਤੁਸੀਂ ਇਕੱਲੇ ਐਮਐਸਪੀ ਤੇ ਖੜੇ ਹੋ। ਇਹਨਾਂ ਗੱਲਾਂ ਨੂੰ ਅਸੀਂ ਸਮਝਦੇ ਹਾਂ ਵੀ ਉਹ ਸਾਨੂੰ ਕਮਾਂਡ ਕਰਨਾ ਚਾਹੁੰਦਾ ਹੈ। ਇਹਨੇ ਇਹ ਗੱਲਾਂ ਦੀ ਨਿਖੇਧੀ ਕੀਤੀ ਹੈ ਸਾਰੀ ਮੀਟਿੰਗ ਦੇ ਸਾਡੀ ਨੇ, ਤੇ ਕਿਹਾ ਵੀ ਅਸਲ ਵਿੱਚ ਵੀ ਉਹਦਾ ਜਿਹੜਾ ਪਹਿਲਾਂ ਉਹਨੇ ਕਮਿਟਮੈਂਟ ਕੀਤੀ ਸੀ ਪਹਿਲੀ ਮੀਟਿੰਗ ਵੇਲੇ, ਉਹ ਆਪਦੀ ਕਮਿਟਮੈਂਟ ਤੇ ਨਹੀਂ ਰਿਹਾ। ਅਸੀਂ ਉਹਦੀ ਨਿਖੇਧੀ ਕੀਤੀ, ਮਤਾ ਪਾਇਆ। ਪਰ ਜਿਹੜੇ ਦੂਸਰੇ ਆਹ ਸਾਰੇ ਗੀਤਕਾਰ ਬੈਠੇ ਨੇ, ਉਹਨਾਂ ਦਾ ਗੀਤਕਾਰ ਦਾ ਭਾਈਚਾਰਾ ਬੈਠਾ, ਮੇਨ ਆਗੂ ਬੈਠੇ ਨੇ, ਇਹਨਾਂ ਦੀ ਅਸੀਂ ਪ੍ਰਸ਼ੰਸਾ ਕੀਤੀ ਹੈ ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਉਹ ਦੀਪ ਸਿੱਧੂ ਦੇ ਮਗਰ ਨਹੀਂ ਗਏ, ਇਹ ਉਹਨਾਂ ਨਾਲੋਂ ਉਹਦੇ ਧਰਨੇ 'ਚ ਨਹੀਂ ਗਏ, ਉਹਦੇ ਨਾਲ ਤੋੜ ਨਿਖੇੜਾ ਕੀਤਾ। ਸੋ ਜੋ ਇਹਨਾਂ ਨੇ ਸਾਡਾ ਪਰਨ ਨਿਭਾਇਆ, ਤਾਂ ਕੱਲ ਨੂੰ ਜੇ ਇਹਨਾਂ ਤੇ ਜਦੋਂ ਇਹ ਸਾਡੇ ਵਰਗੇ ਤਿੱਖੇ ਐਕਸ਼ਨਾਂ ਦੇ ਵਿੱਚ ਸਰਕਾਰ ਦੇ ਨਾਲ ਆਉਣਗੇ ਤਾਂ ਪੁਲਿਸ ਵੀ, ਪ੍ਰਸ਼ਾਸਨ ਵੀ, ਸਰਕਾਰ ਵੀ ਇਹਨਾਂ ਤੇ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਕਰ ਸਕਦੀ, ਤੇ ਅਸੀਂ ਖੜਾਂਗੇ ਜੇ ਇਹਨਾਂ ਦੇ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਹੋਊਗੀ ਉਹ ਸਾਡੇ ਖਿਲਾਫ ਹੋਊਗੀ। ਕਿਸਾਨ ਜਥੇਬੰਦੀਆਂ ਨਾਲ ਉਹਦੇ ਨਾਲ ਡਟ ਕੇ ਖੜਾਂਗੇ। ਭਾਈ ਸ਼ੰਭੂ ਜੀ ਇੱਕ ਸਵਾਲ ਬਹੁਤ ਵਾਰ ਕਰਦੇ ਹੋਣੇ ਨਾਲ ਤੇ ਕਿਸਾਨ ਨੇ ਕਿਹਾ ਹੈ ਕਿ ਕੋਈ ਐਸਾ ਬੰਦਾ ਜਿਹੜਾ ਡੀਐਸਪੀ ਕੋਲ ਤੇ ਕਾਰਵਾਈ ਕਰੇ। ਦੇਖੋ, ਹਰ ਕਿਸੇ ਦਾ ਡੈਮੋਕ੍ਰੇਟਿਕ ਹੱਕ ਹੈ, ਉਹ ਇਸ ਐਜੀਟੇਸ਼ਨ ਦੇ ਵਿੱਚ ਆ ਕੇ ਉਹਦੀ ਸਪੋਰਟ ਕਰਦਾ, ਵਿੱਚ ਆ ਕੇ ਸ਼ਾਮਲ ਹੁੰਦਾ, ਇਹ ਵੱਖਰਾ ਕਰਦਾ। ਦੇਖੋ, ਇਹ ਬੜਾ ਵੱਡਾ ਸਵਾਲ ਨਹੀਂ ਹੈ। ਜੇ ਦੀਪ ਸਿੱਧੂ ਨੇ ਵੱਖਰੇ ਤੌਰ ਤੇ ਲਾ ਲਿਆ ਤਾਂ ਕੋਈ ਐਡੀ ਗੱਲ ਨਹੀਂ ਹੈ, ਕਿਉਂਕਿ ਐਜੀਟੇਸ਼ਨ ਦੀ ਤਾਂ ਸਪੋਰਟ ਹੈ ਨਾ। ਅਗਰ ਇਹ ਵਿਰੋਧ ਨਹੀਂ ਹੈ ਉਸ ਕਿਸਮ ਦਾ, ਡੈਮੋਕ੍ਰੇਸੀ ਹੈ। ਅਗਲਾ ਸਵਾਲ ਜਿਹੜਾ ਤੁਸੀਂ ਇਲੈਕਸ਼ਨ ਵਾਲਾ 2022 ਵਾਲਾ ਕਰ ਰਹੇ ਹੋ, ਮੇਰਾ ਖਿਆਲ ਜਿੰਨੇ ਕਲਾਕਾਰ ਸਾਡੇ ਬੇਟੇ ਆ, ਸਾਡੇ ਧੀਆਂ ਪੁੱਤ ਆਏ ਆ, ਉਹ ਸਾਡੀ ਐਜੀਟੇਸ਼ਨ ਦੀ ਸਪੋਰਟ ਤੇ ਆਇਆ, ਨਾ ਕਿ ਕਿਸੇ ਪਾਰਟੀ ਦੀ। ਪੋਲੀਟੀਕਲ ਸਵਾਲ ਸ਼ੁਰੂ ਨਾ ਕਰੀਏ, ਦੇਖਾਂਗੇ ਜਦੋਂ 2022 ਜਦੋਂ ਗੁਰਪ੍ਰੀਤ ਜੀਪੀ ਨੇ ਰੈਲੀ ਕੱਢੀ ਸੀ, ਟਰੈਕਟਰ ਰੈਲੀ ਕੱਢੀ ਸੀ ਕਾਂਗਰਸ ਨੇ, ਨੁਮਾਇੰਦੇ ਲੈ ਰਹੇ ਸੰਘਰਸ਼ ਗੁਰਪ੍ਰੀਤ ਜੀਪੀ ਨੇ ਟਰੈਕਟਰ ਰੈਲੀ ਕੱਢੀ ਸੀ, ਕਾਂਗਰਸ ਦੇ ਐਮਐਲਏ ਹੈਗੇ ਨੇ, ਸੰਘਰਸ਼ ਕਮੇਟੀ ਦੇ ਵਿੱਚ ਕਲਾਕਾਰਾਂ ਦੇ ਪਹਿਲਾਂ ਸਾਡੇ ਨੁਮਾਇੰਦੇ ਨੇ ਕਿਹਾ ਕਿ ਪਹਿਲਾਂ ਗਲਤ ਫਹਿਮੀ ਚਲੀ ਗਈ ਸੀ ਕਿ ਹੁਣ 14 ਮਤਲਬ 7 ਨੁਮਾਇੰਦੇ ਇਹਨਾਂ ਦੇ ਹੋਣਗੇ, 7 ਸਾਡੇ ਹੋਣਗੇ, ਉਹ ਐਜੂਕੇਸ਼ਨ ਚਲਾਉਣਗੇ। ਦੇਖੋ, ਸਾਡਾ ਇੱਕ ਵੱਡਾ ਤਜਰਬਾ, ਅਸੀਂ ਘੋਲਾਂ ਦੇ ਵਿੱਚ ਲੰਘੇ ਹੋਏ ਆ, ਅਸੀਂ ਇੱਕ ਜਥੇਬੰਦੀਆਂ, ਇਹ ਇਕੱਲੇ ਵਿਅਕਤੀ ਹੈ। ਇਹ ਠੀਕ ਹੈ ਕਿ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ, ਇਹਨਾਂ ਦਾ ਘੋਲਾਂ ਦਾ ਤਜਰਬਾ ਨਹੀਂ ਹੈ, ਇਹਨਾਂ ਦਾ ਗਾਉਣ ਦਾ ਤਜਰਬਾ, ਇਹਨਾਂ ਦੀ ਕਲਾਕਾਰੀ ਦਾ ਤਜਰਬਾ। ਇਸ ਕਰਕੇ ਇਹਨਾਂ ਨੇ ਅੱਜ ਫੇਰ ਰੱਖਿਆ ਕਿ 2 ਨੁਮਾਇੰਦੇ ਸਾਡੇ ਨਾਲ ਗੱਲਬਾਤ ਅਸੀਂ ਕਿਹਦੇ ਨਾਲ ਕਰੀਏ। ਠੀਕ ਹੈ, ਇਹਨਾਂ ਦੀ ਗੱਲ ਸਾਡੇ ਤੋਂ ਕਿਹਦੇ ਨਾਲ ਕਰਨੀ, ਨਾ ਚੋਂ ਕਿਹਦੇ ਨਾਲ ਕਰੀਏ, ਤਾਲਮੇਲ ਕਿਵੇਂ ਭਾਈਏ। ਉਹ ਤਾਲਮੇਲ ਕਰਨ ਦੇ ਲਈ 2 ਮੈਂਬਰੀ ਇਹਨਾਂ ਦੀ ਜਿਹੜੀ ਕਮੇਟੀ ਆ, ਅਸੀਂ 15 ਵਾਲੀ ਮੀਟਿੰਗ ਦੇ ਵਿੱਚ ਉਹਨੂੰ ਵਿਚਾਰ ਕੇ ਅਗਲਾ ਫੈਸਲਾ ਫੇਰ ਕਰਾਂਗੇ। ਫਿਲਹਾਲ ਇੱਕ ਹਫ਼ਤਾ ਇਹਨੂੰ ਗਗਨ ਸਵਾਲ ਕਿੰਨਾ ਸਾਡਾ ਇਕੱਠਾ ਚੱਲ ਰਿਹਾ, ਕਿੰਨਾ ਕੁ ਸਹਿਯੋਗ ਸਾਨੂੰ ਇਹ ਦਿੰਦੇ ਆ। ਇੱਕ ਅਸੀਂ ਤਜਰਬਾ ਕਰ ਰਹੇ ਇੱਕ ਹਫ਼ਤੇ ਦਾ, ਉਸ ਤੋਂ ਬਾਅਦ ਅੱਗੇ ਫੇਰ ਬਾਬਾ ਜੀ ਜਿਸ ਤਰੀਕੇ ਦੇ ਨਾਲ ਮੇਰੇ ਸਹਿਯੋਗੀ ਨੇ ਸਵਾਲ ਪੁੱਛਿਆ ਸੀ ਕਿ ਸਿਆਸੀ ਪਾਰਟੀਆਂ ਦਾ ਜਿਹੜਾ ਹੈਗਾ ਸਾਥ ਜਿਹੜਾ ਹੈਗਾ ਕਲਾਕਾਰਾਂ ਵੱਲੋਂ ਦਿੱਤਾ ਜਾਊਗਾ ਜਾਂ ਨਹੀਂ ਦਿੱਤਾ ਜਾਊਗਾ, ਤੁਹਾਡੀ ਗੱਲ ਕਰੀਏ ਤਾਂ ਗੁਰਪ੍ਰੀਤ ਜੀਪੀ ਜਿਹੜੇ ਐਮਐਲਏ ਹੈਗੇ ਉਹਨਾਂ ਨਾਲ ਤੁਸੀਂ ਟਰੈਕਟਰ ਦੇ ਉੱਤੇ ਇਕੱਠੇ ਨਜ਼ਰ ਆਏ ਸੀ, ਕਾਂਗਰਸ ਦੇ ਵਿਧਾਇਕ ਹੈਗੇ ਨੇ, ਤਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਐਵੇਂ ਦੇਖਿਆ ਜਾ ਸਕਦਾ ਕਿ ਤੁਸੀਂ ਉਹਨਾਂ ਦੇ ਨਾਲ
ਫਿਰ ਤੋਂ ਕੋਈ ਟਰੈਕਟਰ ਰੈਲੀ ਦੇ ਵਿੱਚ ਸ਼ਾਮਲ ਹੋਵੋਗੇ? ਅੱਛਾ ਦੇਖੋ, ਇੱਕ ਤਾਂ ਗੱਲ ਮੈਂ ਪਹਿਲੀ ਕਲੀਅਰ ਕਰ ਦਵਾਂ, ਮਾਈਕ 'ਚ ਇੱਕ ਤਾਂ ਗੱਲ ਮੈਂ ਜੀ ਪਹਿਲੀ ਕਲੀਅਰ ਕਰ ਦਵਾਂ, ਦੇਖੋ ਗਾਉਣੇ ਵਾਲੇ ਦਾ ਕੰਮ ਜਿਹੜਾ ਚੱਲਣਾ ਹੈ, ਰੁਜ਼ਗਾਰ ਸਾਡਾ ਹੈਗਾ ਪ੍ਰੋਗਰਾਮ ਹੀ ਨੇ ਸਾਡੇ ਕੋਲ ਤਾਂ ਸ਼ੋਅ ਨਹੀਂ ਜੀ, ਸਾਨੂੰ ਉਹਨਾਂ ਨੂੰ ਉਹ ਪੇਡ ਕਰਦੇ ਆ। ਹਾਂ ਜੇ ਅਸੀਂ ਉਸ ਮੰਚ ਤੋਂ ਖੜੇ ਹੋ ਕੇ ਇਹ ਕਹੀਏ ਵੀ ਬਾਈ ਜੀ ਤੁਸੀਂ ਇਹਨਾਂ ਨੂੰ ਵੋਟਾਂ ਪਾਓ, ਫਿਰ ਤਾਂ ਇਹ ਤੁਹਾਡਾ ਸਵਾਲ ਬਣਦਾ ਹੈ ਕਿ ਤੁਸੀਂ ਉਹਨਾਂ ਦੇ ਪੱਖ 'ਚ ਜਾ ਕੇ ਖੜੇ ਹੋ। ਜੇ ਸਾਨੂੰ ਉੱਥੇ ਸਿਰਫ ਗਾਉਣ ਲਈ ਬੁਲਾਇਆ ਜਾਊਗਾ ਤਾਂ ਅਸੀਂ ਗਾਉਣ ਲਈ ਜਾਵਾਂਗੇ, ਪਰ ਅਸੀਂ ਕਦੇ ਵੀ ਨਿੱਜੀ ਤੌਰ ਤੇ ਕਿਸੇ ਬੰਦੇ ਨੂੰ ਇਹ ਨਹੀਂ ਕਹਾਂਗੇ ਜੀ ਤੁਸੀਂ ਇਹ ਸਾਡੇ ਭਰਾ ਨੇ ਜਾਂ ਇਹ ਸਾਡੇ ਫਲਾਣੀ ਪਾਰਟੀ ਨੇ, ਤੁਸੀਂ ਇਹਨਾਂ ਨੂੰ ਵੋਟਾਂ ਪਾਓ। ਪਹਿਲੀ ਗੱਲ ਆ, ਮੈਂ ਤਾਂ ਬਿਲਕੁਲ ਨਹੀਂ ਕਹੂੰਗਾ। ਦੂਜੀ ਗੱਲ ਇਹ ਆ ਵੀ ਜਿਹੜੀ ਪਹਿਲੀ ਕਾਂਗਰਸ ਦੀ ਰੈਲੀ ਵਾਲੀ ਤੁਸੀਂ ਗੱਲ ਕੀਤੀ ਹੈ, ਉਦੋਂ ਤੱਕ ਅਸੀਂ ਪ੍ਰੋਪਰ ਤੌਰ ਤੇ ਸਾਡੀ ਇੰਡਸਟਰੀ ਨੇ ਜਥੇਬੰਦੀਆਂ ਨੂੰ ਸਮਰਥਨ ਨਹੀਂ ਦਿੱਤਾ ਸੀਗਾ। ਹੁਣ ਅਸੀਂ ਜਥੇਬੰਦੀਆਂ ਨੂੰ ਜਿਸ ਦਿਨ ਦਾ ਸਮਰਥਨ ਦਿੱਤਾ ਹੈ, ਉਦੋਂ ਤੱਕ ਇਹ ਨਿਭਾਉਂਦੇ ਆ ਰਹੇ ਹਾਂ। ਹੁਣ ਅੱਗੇ ਵੀ 15 ਤਰੀਕ ਤੱਕ ਸਾਡੀ ਸਾਰਿਆਂ ਨੇ ਜਿਹੜੀ ਰਾਇ ਕੀਤੀ ਹੈ, ਜਥੇਬੰਦੀਆਂ ਨੇ ਜਿਹੜੀ ਕਾਲ ਦਿੱਤੀ ਹੈ, ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਬਿਲਕੁਲ ਖੜਾਂਗੇ। ਭਾਜੀ ਮੇਰਾ 15 ਭਾਜੀ ਮੇਰਾ ਸਵਾਲ ਹੈ ਦੀਪ ਸਿੱਧੂ ਨੇ ਕਿਹਾ ਸੀ ਕਿ ਸਿੰਗਰਾਂ ਨੇ ਗਵਈਆਂ ਨੇ ਮੇਰਾ ਬਾਈਕਾਟ ਕੀਤਾ ਹੈ, ਪਹਿਲਾ ਸਵਾਲ। ਦੂਜਾ ਸਵਾਲ ਕਿ ਜਿਵੇਂ ਇੱਕ ਜਥੇਬੰਦੀ ਸੁਪਰੀਮ ਕੋਰਟ ਗਈ ਹੈ, ਇਹਨਾਂ ਵੱਲੋਂ ਸਸਪੈਂਸ਼ਨ ਉਹਨਾਂ ਨੂੰ ਕੀਤਾ, ਸਸਪੈਂਡ ਕੀਤਾ ਗਿਆ ਉਹਨਾਂ ਨੂੰ, ਕਿ ਦੀਪ ਸਿੱਧੂ ਵੀ ਅਲੱਗ ਕਹੇ ਨੇ ਕਿ ਤੁਹਾਡੇ ਵੱਲੋਂ ਵੀ ਕੋਈ ਅਜਿਹੀ ਗੱਲ ਸੋਚੀ ਜਾ ਰਹੀ ਹੈ, ਵਿਚਾਰੀ ਜਾ ਰਹੀ ਹੈ? ਨਹੀਂ ਬਿਲਕੁਲ, ਕਿਹੜੀਆਂ ਗੱਲਾਂ ਚ ਪੈ ਗਈਆਂ? ਭਾਈ ਸਵਾਲ ਹੈ, ਮੈਂ ਜਵਾਬ ਮੇਰਾ ਸਵਾਲ ਹੈ। ਦੇਖੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਪ੍ਰਧਾਨ ਜੀ ਨੇ ਬੋਲਿਆ ਕਿ ਉਹ ਜੇ ਧਰਨਾ ਲਾ ਕੇ ਬੈਠੇ ਨੇ ਤਾਂ ਮੰਗਾ ਨਹੀਂ ਕਿਉਂ ਬੈਠੇ। ਸਰ ਮੇਰਾ ਪਹਿਲਾ ਸਰ ਇੱਕ ਸੈਕਿੰਡ ਤੇ ਉਹਨਾਂ ਦਾ ਨਿਸ਼ਾਨਾ ਜੋ ਹੈ ਉਹ ਬੇਸ਼ੱਕ ਵੱਖਰੇ। ਸਰ ਮੇਰਾ ਪਹਿਲਾ ਸਵਾਲ ਸੀ ਕਿ ਸਿੰਗਰਾਂ ਨੇ ਬਾਈਕਾਟ ਕੀਤਾ ਹੈ, ਇਹ ਸਵਾਲ ਸੀ ਮੇਰਾ ਪਹਿਲਾ। ਬਾਈਕਾਟ ਅਸੀਂ ਨਾ ਤਾਂ ਦੇਖੋ ਬਾਈ ਉਹਦਾ ਬਾਈਕਾਟ ਕੀਤਾ ਭਰਾ ਦਾ, ਉਹ ਵੀ ਸਾਡਾ ਭਰਾ ਹੈ, ਉਹ ਵੀ ਘਰੋਂ ਸੰਘਰਸ਼ ਕਰਨ ਲਈ ਨਿਕਲਿਆ ਤੇ ਵਿਚਾਰਕ ਮਤਭੇਦ ਮਾੜੇ ਮੋਟੇ ਨੇ, ਜਦੋਂ ਮੈਂ ਪਹਿਲਾਂ ਕਹਿ ਕੇ ਹਟਿਆ ਜੀ ਅਗਲੇ ਹਫ਼ਤੇ ਤੱਕ ਸਾਡੀ ਕੋਸ਼ਿਸ਼ ਹੈ ਅਸੀਂ ਗੱਲਬਾਤ ਤੇ ਜਿਹੜੀ ਉਹ ਵੀ ਕਲੀਅਰ ਕਰ ਲਈ। ਸੋ ਦੂਜੀ ਗੱਲ ਇਹ ਹੈ ਵੀ ਜਿਹੜੀ ਜਥੇਬੰਦੀ ਨੇ ਉਹ ਪਟੀਸ਼ਨ ਪਾਈ ਹੈ, ਉਹ ਪ੍ਰਧਾਨ ਸਾਹਿਬ ਨੇ ਜਵਾਬ ਦੇ ਦਿੱਤਾ ਕਿ ਇਹਨਾਂ ਨੇ ਜੋ ਵੀ ਡਿਸੀਜਨ ਲਿਆ ਉਹਨਾਂ ਨੂੰ ਸਸਪੈਂਡ ਕਰਤਾ, ਤੇ ਅਗਲੀ ਗੱਲਬਾਤ ਹੈ ਜਿਹੜੀ ਉਹ ਤੁਹਾਨੂੰ ਉਹਨਾਂ ਬਾਰੇ ਪ੍ਰਧਾਨ ਕਲਾਕਾਰਾਂ ਦੇ ਲਈ ਇੱਕ ਸਵਾਲ ਹੈ ਕਿ ਜਿੱਥੇ ਸ਼ੰਭੂ ਬਾਰਡਰ ਦੇ ਦੀਪ ਨੇ ਧਰਨਾ ਲਾਇਆ, ਉੱਥੇ ਨਾਲ ਇੱਕ ਹੋਰ ਪਾਰਟੀ ਨੇ ਧਰਨਾ ਲਾਇਆ ਹੋਇਆ ਜੋ ਖਾਲਿਸਤਾਨ ਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਧਰਨਾ ਲਾਇਆ। ਉਹ ਖਾਲਿਸਤਾਨ ਦਾ ਨਾਂ ਲੈਂਦੀ ਆ। ਬਾਹਰੋਂ ਵੀ ਅਜਿਹੇ ਬਿਆਨ ਆ ਰਹੇ ਨੇ ਕਿ ਝੰਡੇ ਚਲਾ ਦਿਓ, ਇੰਨੇ ਡਾਲਰ ਦੇਵਾਂਗੇ। ਸਿੰਗਰਾਂ ਦਾ ਕੀ ਨਜ਼ਰੀਆ ਆ? ਸਿੰਗਰ ਅਜਿਹੇ ਬਿਆਨਾਂ ਨੂੰ ਕਿਵੇਂ ਦੇਖਦੇ ਨੇ, ਜਾਂ ਜੋ ਇਹ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਗੱਲ ਕਰਦੇ ਆ ਬਾਹਰੋਂ, ਉਹਦੇ ਲਈ ਕੀ ਵਿਉਂਤਬੰਦੀ ਆ? ਇਹਦੇ ਨਾਲ ਜੁੜਾ ਸਵਾਲ ਹੈ। ਦਰਅਸਲ ਕਿਸਾਨ ਜਿਹੜੇ ਅੰਦੋਲਨ ਹੋ ਰਹੇ ਨੇ, ਇਸ ਤੇ ਬਾਹਰਲੀ ਤਾਕਤਾਂ ਨਜ਼ਰ ਗੜਾਏ ਹੋਏ ਨੇ ਕਿ ਮਾਹੌਲ ਖਰਾਬ ਹੋ ਸਕੇ ਕਿਤੇ ਖਾਲਿਸਤਾਨ ਦੇ ਨਾਂ ਤੇ, ਜਾਂ ਫਿਰ ਜਿਸ ਤਰ੍ਹਾਂ ਨਾਲ ਝੰਡੇ ਲੈ ਕੇ ਪ੍ਰਲੋਭਨ ਦਿੱਤਾ ਜਾ ਰਿਹਾ ਕਿ ਆਪਾਂ 10,000 ਡਾਲਰ ਦੇਵਾਂਗੇ ਜੇ ਕੋਈ ਉੱਥੇ ਖਾਲਿਸਤਾਨ ਦਾ ਝੰਡਾ ਲਾਉਂਦਾ ਹੈ। ਜਿਹੜਾ ਦੂਜਾ ਇਦਾਂ ਦੀ ਜਿਹੜੀ 10,000 ਡਾਲਰ ਵਾਲੀ ਗੱਲ ਹੈ ਜੀ, ਮੇਰੇ ਤੱਕ ਤਾਂ ਹਾਲੇ ਤੱਕ ਸੌਰੀ ਮੈਂ ਇਹਦੇ ਤੱਕ ਨਹੀਂ ਪਹੁੰਚੀ, ਪਰ ਧਰਨਾ ਜਿਹੜਾ ਉੱਥੇ ਜਿਹੜਾ ਸਾਡੇ ਤੋਂ ਅਲੱਗ ਹੋ ਕੇ ਭਰਾ ਨੇ ਸਾਡੇ ਨੇ ਲਾਇਆ, ਮੈਨੂੰ ਉਹਦੇ ਬਾਰੇ ਨੌਲੇਜ ਆ। ਬਾਕੀ ਕਿਸੇ ਪਾਰਟੀ ਦਾ ਉੱਥੇ ਧਰਨਾ ਹੈ, ਮੈਨੂੰ ਉਹਦੇ ਬਾਰੇ ਹਲੇ ਤੱਕ ਕੋਈ ਇਨਫੋਰਮੇਸ਼ਨ ਹੈ ਨਹੀਂ। ਲੇਕਿਨ ਉੱਥੇ ਖਾਲਿਸਤਾਨ ਦੀ ਗੱਲ ਹੋ ਰਹੀ ਆ, ਗਾਇਕਾਂ ਦਾ ਕੀ ਨਜ਼ਰੀਆ ਉੱਥੇ? ਜੀ ਪ੍ਰੈਸ਼ਨ ਹੋਣਾ, ਇਹ ਬੜਾ ਫਿਕਰ ਨਹੀਂ ਕਰਨਾ ਚਾਹੀਦਾ। ਅਸੀਂ ਇੱਕ ਡਿਸਪਲਿਨ ਦੇ ਵਿੱਚ ਰਹਿ ਕੇ ਪ੍ਰੋਗਰਾਮ ਚਲਾ ਰਹੇ ਹਾਂ, ਸਾਰਾ ਸਾਡੀ ਵਿਉਂਤਬੰਦੀ ਹੈ। ਐਵੇਂ ਇੱਥੇ ਖਾਲਿਸਤਾਨ ਐ ਨਹੀਂ ਬਣਨ ਲੱਗਾ ਕਿ ਜੋ ਕਿਸੇ ਨੇ ਨਾਅਰੇ ਲਾਤੇ, ਇੱਕ ਵੱਖਰੀ ਵਿਚਾਰਧਾਰਾ ਹੈ ਤੇ ਇਹ ਤੋਂ ਬੜਾ ਘਬਰਾਉਣਾ ਨਹੀਂ ਚਾਹੀਦਾ। ਸਭ ਨੇ ਅਸੀਂ ਸੰਤਾਪ ਹੰਢਾਏ ਹੈ, ਸਾਰੇ ਅਸੀਂ ਜਾਣਦੇ ਹਾਂ, ਚੰਗੀ ਤਰ੍ਹਾਂ ਜਾਣਦੇ ਹਾਂ। ਇਹ ਕਿਸਾਨ ਅੰਦੋਲਨ ਤੇ ਸੀਮਿਤ ਰੱਖੋ। ਮੇਰਾ ਖਿਆਲ ਤੁਸੀਂ ਨਾਲ ਜਾਓ ਗੀਤਕਾਰਾਂ ਨੂੰ, ਤੁਸੀਂ ਇਹਦਾ ਲਾਹਾ ਲੈ ਰਹੇ ਹੋ ਕਿ ਸ਼ਾਇਦ ਇਹ ਅਣਜਾਣ ਹੈ। ਨਹੀਂ ਸਰ, ਅਸੀਂ ਨਹੀਂ ਉਲਝਾ ਰਹੇ। ਦਰਅਸਲ ਇਹ ਬਿਆਨ ਸੂਬੇ ਦੇ ਮੁੱਖ ਮੰਤਰੀ ਦਾ, ਨਾ ਕਿ ਕਾਂਗਰਸ ਦਾ ਬਿਆਨ ਹੈ। ਦੇਖੋ ਜੀ ਗੱਲ ਸੁਣੋ, ਤੁਸੀਂ ਪੰਜਾਬ ਦੇ ਸ਼ੰਭੂ ਬਾਰਡਰ ਚ ਜੀ ਸ਼ੰਭੂ ਬਾਰਡਰ ਦੇ ਪਰਲੇ ਪਾਸੇ ਲਾਈਨਾਂ ਤੇ ਧਰਨਾ ਜੀ ਤੁਸੀਂ ਜਾਓ, ਬਠਿੰਡੇ ਤੋਂ ਸਾਰੇ ਟੋਲ ਪਲਾਜ਼ੇ ਬਣਨਗੇ ਜੀ, ਪੈਟਰੋਲ ਪੰਪ ਬਣਨਗੇ, ਪੰਜਾਬ ਸਭ ਜਗ੍ਹਾ ਲੋਕ ਬੈਠੇ ਨੇ, ਬਿਲਕੁਲ ਬੈਠੇ ਔਰ ਹਰ ਜਗ੍ਹਾ ਪ੍ਰੈਸ ਕਵਰ ਕਰ ਰਹੀ ਹੈ ਜੀ। ਕਿਹੜੇ ਝੰਡੇ ਨੇ, ਕਿਹੜੇ ਨਾਰੇ ਨੇ, ਕਿਹੜੇ ਲੋਕ ਨੇ, ਕੀ ਉਹਨਾਂ ਦਾ ਨਿਸ਼ਾਨਾ ਹੈ ਉੱਥੇ? ਜਨਾਬ ਗੱਲ ਇਹ ਆ, ਸਵਾਲ ਇਹ ਹੈ ਕਿ ਜਦੋਂ ਅਜਿਹੇ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਅਜਿਹੇ ਮਾਹੌਲ ਪੈਦਾ ਹੁੰਦੇ ਨੇ, ਤਾਂ ਐਮਰਜੈਂਸੀ ਵਰਗੀ ਸਥਿਤੀ ਬਣਦੀ ਨਜ਼ਰ ਆਉਂਦੀ ਹੈ। ਸਰਕਾਰਾਂ ਸਖਤਾਈ ਕਰਦੀਆਂ ਨੇ ਤੇ ਜੋ ਪ੍ਰਦਰਸ਼ਨ ਨੇ ਉਹ ਕਿਤੇ ਨਾ ਕਿਤੇ ਗਲਤ ਦਿਸ਼ਾ ਵਿੱਚ ਜਾਂਦੇ ਦਿਖਾਈ ਦਿੰਦੇ ਨੇ। ਫਿਲਹਾਲ ਕੋਈ ਅਜਿਹੀ ਹਾਲਤ ਨਹੀਂ, ਕੋਈ ਸਥਿਤੀ ਨਹੀਂ ਐਮਰਜੈਂਸੀ ਵਾਲੀ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ। ਇਸ ਗੱਲ ਨੂੰ ਠੀਕ ਲਾਈਨ ਤੇ ਜਿਹੜਾ ਅੰਦੋਲਨ ਕਿਸਾਨਾਂ ਦਾ ਚੱਲ ਰਿਹਾ ਤੇ ਅਸੀਂ ਇਹਦੇ ਵਿੱਚੋਂ ਸਫਲ ਹੋ ਕੇ ਨਿਕਲਾਂਗੇ। ਭਾਈ ਜੀ, ਤੁਹਾਡੀ ਇੰਡਸਟਰੀ ਦੇ ਦੋ ਸਿੰਗਰ ਹੈਗੇ ਨੇ, ਸ਼ਾਇਦ ਉਹ ਮੀਟਿੰਗ ਦੇ ਵਿੱਚ ਨਜ਼ਰ ਨਹੀਂ ਆਉਂਦੇ। ਸਿੱਧੂ ਮੂਸੇਵਾਲੇ ਦੀ ਮੈਂ ਗੱਲ ਕਰਦਾ ਜਾਂ ਅੰਮ੍ਰਿਤ ਮਾਨਵਾ ਦੀ ਮੈਂ ਗੱਲ ਕਰਦਾ, ਵੱਖੋ ਵੱਖ ਤੌਰ ਤੇ ਉਹਨਾਂ ਦੇ ਵੱਲੋਂ ਧਰਨਾ ਲਾਇਆ ਜਾਂਦਾ, ਉਹਦੇ ਨਾਲ ਗੱਲਬਾਤ ਹੁੰਦੀ ਕੀ ਆਏ ਹੁੰਦੇ ਆ ਮਿੱਥ ਕੀ ਆਉਨੇ ਭਾਈ ਯਾਰ ਮੈਨੂੰ ਬੋਲਣਾ ਪੈਂਦਾ ਯਾਰ। ਮਿੱਥ ਕੇ ਕੀ ਸਵਾਲ ਬੋਲੋ, ਸਵਾਲ ਹੈ ਭਾਈ ਉਹਨੇ ਦਾ। ਮੈਂ ਉੱਤੇ ਵੀ ਗੱਲ ਬੋਲੀ ਸੀ, ਮੈਂ ਉੱਤੇ ਹੀ ਬੋਲੀ, ਤੁਸੀਂ ਮੂਸੇਵਾਲੇ ਦੇ ਘਰੇ ਜਾ ਪੁੱਛ ਲਓ।
ਅਸੀਂ ਇੱਥੇ ਆਏ ਤੁਹਾਨੂੰ ਪੁੱਛ ਰਹੇ ਭਾਜੀ ਭਾਈਚਾਰਾ ਇਕੱਠਾ ਹੋਇਆ ਨਾ ਭਾਜੀ ਭਾਈਚਾਰਾ ਇਕੱਠਾ ਹੋਇਆ ਨਾ ਫਿਰ ਨੁਮਾਇੰਦਗੀ ਦਾ ਇੱਕ ਮਿੰਟ ਭਾਜੀ ਤੁਸੀਂ ਇੱਕ ਮਿੰਟ ਤੁਸੀਂ ਕਹਿ ਰਹੇ ਹੋ ਉਹਨਾਂ ਕੋਲ ਪੁੱਛ ਲਓ ਇੱਕ ਮਿੰਟ ਭਾਜੀ ਇੱਕ ਮਿੰਟ ਮੈਂ ਗੱਲ ਸੁਣ ਲਓ ਬਾਈ ਬੋਲੋ ਮੇਰੀ ਮਦਰ ਹਸਪੀਟਲ 'ਚ ਸੀ, ਮੈਂ 10-15 ਦਿਨਾਂ ਤੋਂ ਨਹੀਂ ਆਇਆ। ਮੈਕਸ ਹਸਪੀਟਲ ਦੇ ਵਿੱਚ ਐਮਰਜੈਂਸੀ ਉਹਨਾਂ ਦੀਆਂ ਕੋਈ ਅੱਜ ਬਾਈ ਦੇਵ ਆਇਆ, ਉਹਨਾਂ ਦੀਆਂ ਕੋਈ ਮਜਬੂਰੀਆਂ ਹੋ ਸਕਦੀਆਂ ਨੇ, ਹਰ ਇੱਕ ਦੇ ਘਰ ਨੇ। ਅਸੀਂ ਆਏ ਹਾਂ ਭਾਈ ਸਿੰਪਲ ਜਿਹਾ ਸਵਾਲ ਸਾਰਾ ਸੀ ਸਵਾਲ ਕਿਸਾਨਾਂ ਦੇ ਬੰਦੇ ਆਏ ਆ, ਠੀਕ ਹੈ, ਸਾਰੇ ਕਿਸਾਨ ਘਰ ਉੱਠ ਕੇ ਤਾਂ ਨਹੀਂ ਆ ਗਏ ਕਿ ਇੱਕ ਮਿੰਟ ਉਹ ਹੁਣ ਮੈਂ ਕਹਿਣਾ ਉਹ ਕਹਿ ਰਹੇ ਕਿ ਉਹਨਾਂ ਕੋਲ ਪੁੱਛ ਲਓ ਜਾ ਕੇ 31 ਜਥੇਬੰਦੀਆਂ ਆਈਆਂ ਨੇ, ਲੱਖਾਂ ਕਿਸਾਨ ਤਾਂ ਨਹੀਂ ਆ ਗਏ ਇੱਥੇ ਆਏ ਤਾਂ 31 ਜਥੇਬੰਦੀਆਂ ਨੇ ਨਾ। ਤੁਸੀਂ ਬੈਠੇ ਤੁਹਾਡੇ ਕੋਲ ਹੀ ਪੁੱਛਾਂਗੇ, ਹੋਰ ਵੀ ਤਾਂ ਪੁੱਛਾਂਗੇ। ਤੁਹਾਡੀ ਗੱਲ ਮੈਂ ਮੰਨ ਗਿਆ, ਤੁਸੀਂ ਬਾਈ ਆਪਣੀ ਕੋਆਰਡੀਨੇਸ਼ਨ ਹੁੰਦੀ ਹੈ ਨਾ, ਕੋਆਰਡੀਨੇਸ਼ਨ ਹੁੰਦੀ ਹੈ। ਭਾਈ ਸਵਾਲ ਐਕਸੈਪਟ ਕਰਿਆ ਕਰੋ ਤੁਸੀਂ। ਅੱਛਾ ਬਾਈ ਜਿਹੜਾ ਸਾਰੇ ਇੰਡਸਟਰੀ ਤੁਸੀਂ ਗੱਲ ਕੀਤੀ ਹੈ ਭਾਈ ਜੀ ਤੁਸੀਂ ਦੱਸੋ ਕੀ ਦੱਸਣਾ ਚਾਹੁੰਦੇ ਹੋ? ਲੱਖਾ ਭਾਈ ਜੀ ਤੁਸੀਂ ਦੱਸ ਦਿਓ ਪਹਿਲਾਂ ਕੀ ਤੁਸੀਂ ਤੁਸੀਂ ਬੋਲੋ ਸਵਾਲ ਕੋਈ ਨਹੀਂ ਜਵਾਬ ਦੇ ਦਿਓ ਸਰ ਜਿਹੜੀ ਦਿਲ ਦੀ ਗੱਲ ਰਹਿ ਗਈ ਬੋਲੋ। ਲੱਖਾ ਜੀ ਤੁਸੀਂ ਬੋਲੋ ਲੱਗੇ ਸੀ ਖੁੱਲਾ ਮੰਚਾ ਬੋਲੋ। ਕੋਈ ਨਾ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਯਾਰ ਤੁਸੀਂ ਘੱਟੋ ਘੱਟ ਜਿਹੜਾ ਮੀਡੀਆ ਹੈਗਾ ਇੱਥੋਂ ਦਾ ਮੀਡੀਆ ਉਹਦਾ ਸਾਥ ਦਿਓ ਯਾਰ। ਭਾਈ ਸਾਥ ਭਾਈ ਜੀ ਸਾਥ ਸਹੀ ਸਾਥ ਹੈ। ਤੁਸੀਂ ਉਸ ਦਿਨ ਵੀ ਮੀਟਿੰਗ ਦੇ ਵਿੱਚ ਵੀ ਆਹ ਹੁੰਦਾ ਜੀ ਉਹ ਹੁੰਦਾ ਜੀ ਹੈ ਨਾ, ਉਹ ਮੈਂ ਆਇਆ ਤੁਸੀਂ ਇਹ ਗੱਲ ਮੂਸੇਵਾਲੇ ਨੂੰ ਵੀ ਪੁੱਛ ਸਕਦੇ ਭਾਈ ਤੂੰ ਕਿਉਂ ਨਹੀਂ ਜਾਂਦਾ, ਪਰ ਉਹਨਾਂ ਦਾ ਸਮਰਥਨ ਸਾਡੇ ਨਾਲ ਉਹਦੀ ਕੋਈ ਨਿੱਜੀ ਕੀ ਰਾਏ ਆ ਉਹ ਦੇ ਸਕਦਾ ਤੁਹਾਨੂੰ। ਹੁਣ ਉਹਦੇ ਬਾਰੇ ਕਲਾਕਾਰ ਬੈਠੇ ਕੀ ਦੱਸ ਸਕਦੇ ਜੇ ਆਪਣੇ ਬਾਰੇ ਦੱਸੂਗਾ ਨਾ। ਹੋ ਸਕਦਾ ਘਰੇਲੂ ਪ੍ਰੋਬਲਮ ਹੋਵੇ। ਹਾਂ ਭਾਜੀ ਅਸੀਂ ਸਵਾਲ ਇਹੀ ਸੀ ਵੀ ਤੁਹਾਡੀ ਕੋਈ ਉਹਨਾਂ ਨਾਲ ਗੱਲਬਾਤ ਹੋਈ ਹੈ ਜਾਂ ਨਹੀਂ ਹੋਈ ਹੈਗੀ ਤਾਂ ਕਰਕੇ ਤੁਹਾਨੂੰ ਸਵਾਲ ਪੁੱਛਿਆ। ਸਾਨੂੰ ਅਸੀਂ ਕੋਈ ਸਿੰਗਲ ਬੰਦੇ ਨੂੰ ਨਹੀਂ ਇੰਡਸਟਰੀ ਦਾ ਸਵਾਲ। ਗੱਲ ਕੀਤੀ, ਤੁਸੀਂ ਅੰਮ੍ਰਿਤਮਾਨ ਦੀ ਗੱਲ ਕੀਤੀ, ਬਾਈ ਦਾ ਪ੍ਰੋਪਰ ਤੌਰ ਤੇ ਮੇਰੇ ਨਾਲ ਫੋਨ ਤੇ ਗੱਲ ਹੋਈ ਹੈ। ਉਹ ਕਹਿੰਦੇ ਵੀ ਤੁਸੀਂ ਜੋ ਕਰ ਰਹੇ ਹੋ ਬਹੁਤ ਵਧੀਆ, ਕਿਉਂਕਿ ਦੇਖੋ ਹਰ ਇੱਕ ਬੰਦੇ ਨੂੰ ਉਨੀ, ਚਲੋ ਠੀਕ ਹੈ ਸਾਰੇ ਭਰਾ ਨੇ ਧਰਨਿਆਂ ਤੇ ਵੀ ਜਾਂਦੇ ਨੇ, ਕੋਈ ਕਿਤੇ ਬਿਜ਼ੀ ਹੈ ਕੋਈ ਕਿਤੇ ਬਿਜ਼ੀ ਹੈ, ਪਰ ਪੂਰਨ ਤੌਰ ਤੇ ਜਿਹੜੀ ਸਾਡੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਉਹ ਕਹਿੰਦੇ ਵੀ ਸਾਡਾ ਸਮਰਥਨ ਪੂਰੇ ਤੌਰ ਤੇ ਤੁਹਾਡੇ ਨਾਲ ਆ। ਆਹੀ ਜਵਾਬ ਸੀ ਇਹੀ ਜਵਾਬ ਹੈ, ਇਹੀ ਜਵਾਬ ਹੈ। ਤੁਹਾਡੀ ਹੈਡਲਾਈਨ ਪਤਾ ਕੀ ਹੁੰਦੀ ਹੈ? ਅੰਦੋਲਨ ਹੋਇਆ ਤੋਫਾਰ ਜੀ, ਉਹਨੇ ਬਾਜੀ ਐ ਕਰਿਆ ਕਰੋ, ਜਾਣ ਵੇਲੇ ਹੈਡਲਾਈਨ ਦੇ ਦਿਆ ਕਰੋ ਸਾਨੂੰ, ਜਾਣ ਵੇਲੇ ਸਾਨੂੰ ਹੈਡਲਾਈਨ ਦੇ ਦਿਆ ਕਰੋ। ਬਾਈ ਇੱਕ ਹੈਡਲਾਈਨ ਉਹ ਕਿਵੇਂ ਲਾਈ ਸੀ ਵੀ ਜਸਵਾਈ ਨੇ ਕਿਹਾ ਤਨਾਲੀਆਂ ਚੱਕ ਲੋ। ਨਹੀਂ ਘੱਟੋ ਘੱਟ ਇੰਨਾ ਕੁ ਥੋੜਾ ਜਿਹਾ ਭੂਮਿਕਾ ਸਾਥ ਪਤਾ ਕੀ ਹੈ, ਜਿਹੜੇ ਕਲਾਕਾਰਾਂ ਦਾ ਇੱਕ ਮਕਸਦ ਹੁੰਦਾ ਇੰਨੇ ਫੈਨ ਨੇ ਇੰਨੇ ਕਲਾਕਾਰਾਂ ਦਾ ਮਕਸਦ ਹੁੰਦਾ ਇੰਨੇ ਫੈਨ ਨੇ ਸਾਰਾ ਕੁਝ ਹਰ ਇੱਕ ਨੇ ਸੋਸ਼ਲ ਮੀਡੀਆ ਤੇ ਕਿਸਾਨਾਂ ਬਾਰੇ ਪਾਇਆ ਹੋਇਆ ਹੈਗਾ, ਠੀਕ ਹੈ ਸਾਰਿਆਂ ਨੇ। ਉਹ ਸਪੋਰਟ ਨਹੀਂ ਹੈਗੀ, ਅਸੀਂ ਐਪਰੀਸ਼ੀਏਟ ਕਰ ਰਹੇ ਹਾਂ, ਅਸੀਂ ਵੀ ਸੜਕਾਂ ਤੇ ਧਰਨੇ ਨੂੰ ਕਵਰ ਕਰ ਰਹੇ ਹਾਂ। ਬਸ ਫਿਰ ਉਹ ਉੱਥੋਂ ਵੀ ਸਪੋਰਟ ਕਰ ਹੀ ਰਹੇ। ਇਹਨੂੰ ਆਪਾਂ ਸਮਾਂ ਕਰਦੇ ਹਾਂ, ਸਮਾਂ ਹੁੰਦਾ ਜਿਹੜੇ ਜੋ ਜਾਣੀ ਚਾਹੀਦੀ ਹੈ ਕਿ ਅੱਜ ਕਾਲੇ ਕਾਨੂੰਨਾਂ ਨੂੰ ਲੈ ਕੇ, ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਪੂਰਾ ਪੰਜਾਬ ਜੋ ਕਲਾਕਾਰ ਪੰਜਾਬ ਦੀਆਂ ਜਥੇਬੰਦੀਆਂ ਇਕਜੁੱਟ ਹੋ ਗਏ ਤੇ ਮੀਡੀਆ ਉਹਦੇ ਨਾਲ ਹੈ। ਨਹੀਂ ਸਰ, ਲੱਖੋਵਾਲ ਵਾਲੇ ਨੂੰ ਬਾਹਰ ਰੱਖੀਏ ਕਿ ਨਹੀਂ?